ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਐਸੇ ਬਹੁਤ ਸਾਰੇ ਵਿਅਕਤੀ ਆ ਜਿਨ੍ਹਾਂ ਦੀ ਰੁਚੀ ਧਰਮ ਦੇ ਅੰਦਰ ਹੁੰਦੀ ਆ, ਪਰ ਉਹਨਾਂ ਦੀ ਇੱਕ ਸਮੱਸਿਆ ਹੈਗੀ ਆ ਕਿ ਜਦੋਂ ਅਸੀਂ ਇਸ ਸਮੇਂ ਦੇ ਵਿੱਚ ਗੁਰਬਾਣੀ ਪੜ੍ਹਦੇ ਹਾਂ ਜਾਂ ਕਥਾ ਸੁਣਦੇ ਹਾਂ ਜਾਂ ਕੀਰਤਨ ਸਰਵਣ ਕਰਦੇ ਹਾਂ, ਉਸ ਟਾਈਮ ਸਾਨੂੰ ਨੀਂਦ ਬੜੀ ਆਉਂਦੀ ਆ। ਸੋ ਇਸ ਨੀਂਦ ਦਾ ਕਾਰਨ ਕੀ ਆ? ਸੋ ਆਓ ਅੱਜ ਦਾਸ ਇਸੇ ਹੀ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਕੁਛ ਵਿਚਾਰ ਸਾਂਝੇ ਕਰਦਾ ਹੈਗਾ। ਦੇਖੋ, ਇੱਕ ਵਾਰ ਇੱਕ ਕੋਈ ਜਗਿਆਸੂ ਮਹਾਂਪੁਰਖਾਂ ਦੇ ਪਾਸ ਆਏ। ਉਹਨਾਂ ਨੇ ਆ ਕੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਜਦੋਂ ਮੈਂ ਪਾਠ ਪੂਜਾ ਕਰਦਾ ਜਾਂ ਕੀਰਤਨ ਸਰਵਣ ਕਰਦਾ ਜਾਂ ਕਥਾ ਸੁਣਦਾ, ਉਸ ਟਾਈਮ ਮੈਨੂੰ ਨੀਂਦ ਬੜੀ ਆਉਂਦੀ ਆ। ਇਹਦਾ ਕਾਰਨ ਕੀ ਹੋ ਸਕਦਾ ਹੈਗਾ? ਜਦ ਇੰਨੀ ਗੱਲ ਹੋਈ ਤਾਂ ਉਹ ਮਹਾਤਮਾ ਕਹਿਣ ਲੱਗੇ, ਕਹਿੰਦੇ ਮੈਨੂੰ ਇਹ ਦੱਸ ਕਿ ਜਦੋਂ ਤੂੰ ਪੈਸਿਆਂ ਦਾ ਘਰ ਦੇ ਵਿੱਚ ਲੈਣ ਦੇਣ ਕਰਦਾ ਜਾਂ ਜਿਸ ਸ਼ਖਸ ਤੋਂ ਤੈਂ ਪੈਸੇ ਉਧਾਰੇ ਲੈਣੇ ਹੁੰਦੇ ਆ, ਜਦ ਉਹ ਤੈਨੂੰ ਪੈਸੇ ਦੇਣ ਆਉਂਦਾ ਹੈ, ਸੋ ਜਦੋਂ ਤੂੰ ਉਹ ਤੋਂ ਪੈਸੇ ਲੈਂਦਾ ਉਸ ਟਾਈਮ ਪੈਸੇ ਲੈਣ ਸਮੇਂ ਤੈਨੂੰ ਨੀਂਦ ਆਉਂਦੀ ਆ? ਜਾਂ ਜਦੋਂ ਤੂੰ ਪੈਸਿਆਂ ਦਾ ਲੈਣ ਦੇਣ ਕਿਸੇ ਹੋਰ ਦੇ ਨਾਲ ਕਰਦਾ ਹੈ ਤਾਂ ਉਸ ਟਾਈਮ ਤੈਨੂੰ ਨੀਂਦ ਆਉਂਦੀ ਆ? ਕਿਉਂਕਿ ਉਸ ਟਾਈਮ ਤਾਂ ਤੂੰ ਪੂਰਾ ਸਾਵਧਾਨ ਹੋ ਕੇ ਪੈਸੇ ਗਿਣਦਾ ਹੈਗਾ, ਪੈਸੇ ਗਿਣ ਕੇ ਫਿਰ ਤੂੰ ਇਹ ਪੈਸੇ ਆਪਣੇ ਕੋਲ ਸਾਂਭ ਕੇ ਰੱਖਦਾ ਹੈਗਾ, ਪਰ ਉਸ ਟਾਈਮ ਨੀਂਦ ਨਹੀਂ ਆਉਂਦੀ। ਨੀਂਦ ਉਦੋਂ ਹੀ ਆਉਂਦੀ ਆ ਜਦੋਂ ਆਦਮੀ ਜਿਹੜਾ ਹੈਗਾ ਇਸ ਧਾਰਮਿਕ ਬਿਰਤੀ ਦੇ ਵਿੱਚ ਆਪਣੀ ਸੁਰਤ ਨੂੰ ਟਿਕਾਉਣਾ ਸ਼ੁਰੂ ਕਰੇ। ਸੋ ਕਹਿਣ ਤੋਂ ਭਾਵ ਮਹਾਂਪੁਰਖਾਂ ਦਾ ਸੀਗਾ ਕਿ ਦੇਖੋ, ਜਿਸ ਕੰਮ ਦੇ ਵਿੱਚ ਆਦਮੀ ਦੀ ਸੁਰਤ ਇੰਨੀ ਗਹਿਰੀ ਨਹੀਂ ਉਤਰਦੀ, ਸੋ ਸੁਰਤ ਗਹਿਰੀ ਨਾ ਉਤਰਨ ਕਰਕੇ ਉਹ ਫਿਰ ਜਿਹੜੀ ਉੱਪਰਲੀ ਕਿਰਿਆ ਹੈਗੀ ਆ ਉਸ ਨੂੰ ਕੇਵਲ ਤੇ ਕੇਵਲ ਇੱਕ ਦਿਖਾਵੇ ਦੇ ਤੌਰ 'ਤੇ ਵਰਤ ਲੈਣਾ, ਇਹ ਨੀਂਦ ਦਾ ਕਾਰਨ ਬਣਦਾ। ਸੋ ਦੂਸਰੀ ਜਿਹੜੀ ਗੱਲ ਸੀ ਉਹ ਮਹਾਂਪੁਰਖ ਨੇ ਇਹ ਕੀਤੀ ਸੀ ਕਿ ਦੇਖੋ, ਕਈਆਂ ਆਦਮੀਆਂ ਨੂੰ ਬੜਾ ਕੰਨ ਰਸ ਦਾ ਸਵਾਦ ਹੁੰਦਾ ਹੈ, ਔਰ ਖ਼ਾਸ ਕਰਕੇ ਜਦੋਂ ਕਿਸੇ ਨੇ ਕਿਸੇ ਦੀ ਨਿੰਦਾ, ਈਰਖੀ ਜਾਂ ਬਖੀਲੀ ਕਰਨੀ ਹੁੰਦੀ ਆ, ਸੋ ਉਸ ਟਾਈਮ ਉਹ ਕੰਨ ਰਸ ਦੀ ਇਹ ਗੱਲ ਜਿਹੜੀ ਆ ਬੜੇ ਸਾਵਧਾਨ ਹੋ ਕੇ ਸੁਣਦਾ ਹੈ। ਉਸ ਟਾਈਮ ਉਹਨੂੰ ਨੀਂਦ ਨਹੀਂ ਆਉਂਦੀ। ਉਸ ਨੂੰ ਇਹ ਕੰਨ ਰਸ ਸੁਣਨ ਦੀ ਜਿਹੜੀ ਅੰਦਰ ਕਿਰਿਆ ਹੈਗੀ ਆ ਉਹ ਇੰਨੀ ਉਮਰ ਆਉਂਦੀ ਆ, ਉਹ ਚਾਹੁੰਦਾ ਹੈਗਾ ਕਿ ਇਹ ਗੱਲ ਮੈਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਸੁਣਾ, ਕਿਉਂਕਿ ਉਹਨੂੰ ਇਸ ਕੰਨ ਰਸ ਦੇ ਵਿੱਚ ਇਸ ਨਿੰਦਾ ਦਾ ਸਵਾਦ ਆਉਣ ਲੱਗ ਪੈਂਦਾ, ਪਰ ਨੀਂਦ ਨਹੀਂ ਆਉਂਦੀ ਉਸ ਟਾਈਮ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਨ੍ਹਾਂ ਕੰਮਾਂ ਦੇ ਵਿੱਚ ਮਨ ਦੀ ਇਕਾਗਰਤਾ ਨਹੀਂ ਬਣਦੀ, ਮਨ ਉਸ ਚੀਜ਼ ਨੂੰ ਸਵੀਕਾਰ ਨਹੀਂ ਕਰਦਾ, ਕੇਵਲ ਤੇ ਕੇਵਲ ਖਾਸ ਕਰਕੇ ਧਰਮ ਦੇ ਕੰਮਾਂ ਦੇ ਵਿੱਚ ਇੱਕ ਕਿਰਿਆ ਮਾਤਰ ਦੇਖ ਲੈਂਦਾ ਹੈ ਕਿ ਇਹ ਕੇਵਲ ਤੇ ਕੇਵਲ ਇੱਕ ਕਰਮਕਾਂਡ ਕਰਕੇ ਉੱਪਰੋਂ ਧਰਮ ਦਾ ਦਿਖਾਵਾ ਕਰ ਲੈਣਾ, ਇਹ ਨੀਂਦ ਦਾ ਕਾਰਨ ਬਣਦਾ ਹੈ। ਸੋ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਹੁੰਦੀ ਆ ਜਾਂ ਨਾਮ ਜਪਣ ਦਾ ਅੰਦਰ ਉਤਸ਼ਾਹ ਹੁੰਦਾ ਹੈ, ਉਹਨਾਂ ਨੂੰ ਇਸ ਚੀਜ਼ ਦਾ ਖਿਆਲ ਹੁੰਦਾ ਹੈਗਾ ਕਿ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦੀਆਂ ਸਿੱਖਿਆਵਾਂ ਤੋਂ ਨੂੰ ਪਤਾ ਲੱਗਦਾ ਹੈਗਾ ਕਿ ਇਹ ਜਿਹੜੀ ਕਥਾ ਸੁਣਨੀ ਆ ਜਾਂ ਨਾਮ ਜਪਣਾ ਹੈ ਜਾਂ ਕੀਰਤਨ ਸਰਵਣ ਕਰਨਾ, ਇਹਦਾ ਕਿੱਡਾ ਵੱਡਾ ਲਾਭ ਆ। ਦੇਖੋ, ਜਿਵੇਂ ਬਾਬਾ ਨੰਦ ਸਿੰਘ ਉਹਨਾਂ ਦੇ ਵਚਨ ਵਾ, ਮਹਾਂਪੁਰਖ ਆਖਦੇ ਸੀ ਕਿ ਅਗਰ ਕੋਈ ਮਹਾਤਮਾ 100 ਸਾਲ ਤਪੱਸਿਆ ਕਰੇ, ਹੁਣ 100 ਸਾਲ ਦਾ ਸਮਾਂ ਦੇਖੋ ਕਿੰਨਾ ਲੰਬਾ ਹੈਗਾ, ਲੇਕਿਨ ਅਗਰ ਕੋਈ ਦੂਸਰਾ ਆਦਮੀ ਇਸੇ ਹੀ ਵਿਸ਼ੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ 2.5 ਘੜੀਆਂ ਕਿਸੇ ਮਹਾਤਮਾ ਤੋਂ ਕਥਾ ਸੁਣ ਲਵੇ, ਹੁਣ ਦੇਖੋ 100 ਸਾਲ ਦੀ ਤਪੱਸਿਆ ਇੱਕ ਪਾਸੇ ਤੇ 2.5 ਘੜੀਆਂ ਦੀ ਜਿਹੜੀ ਕਥਾ ਵਿਚਾਰ ਸੁਣਨੀ ਇੱਕ ਪਾਸੇ, ਤਾਂ ਪਰ ਕਹਿੰਦੇ ਦੇਖੋ, ਅਗਰ ਉਹਨੇ ਬੜੇ ਹੀ ਕਥਾ ਨੂੰ ਬਹੁਤ ਸਾਵਧਾਨੀ ਦੇ ਨਾਲ ਸੁਣਿਆ, ਬਿਲਕੁਲ ਸੁਰਤ ਨੂੰ ਟਿਕਾ ਕੇ ਸੁਣਿਆ ਹੈ, ਤਾਂ ਉਹਦਾ ਫਲ ਫਿਰ 100 ਸਾਲ ਦੀ ਤਪੱਸਿਆ ਦੇ ਬਰਾਬਰ ਬਣ ਜਾਂਦਾ ਹੈਗਾ। ਇਸ ਤਰ੍ਹਾਂ ਜਿਹੜੇ ਇਹ ਮਹਾਤਮਾ ਹੁੰਦੇ ਆ, ਜਿਨ੍ਹਾਂ ਦੀ ਜਿਹੜੀ ਵਿਰਤੀ ਹੁੰਦੀ ਆ ਉਹ ਕਥਾ ਨੂੰ ਇੰਨੀ ਪਕੜਦੀ ਆ, ਜਿਵੇਂ ਜਿਹੜੀ ਚਕੋਰ ਹੁੰਦੀ ਆ, ਚਕੋਰ ਚੰਦਰਮਾ ਦੀ ਪੂਰਨਮਾਸ਼ੀ ਨੂੰ, ਉਸ ਦੀ ਜਿਹੜੀ ਸੀਤਲਤਾ ਹੈਗੀ ਉਹਨੂੰ ਪਕੜਦੀ ਹੈ, ਚੰਦਰਮਾ ਦੀ ਚਮਕ ਨੂੰ ਚਕੋਰ ਪਕੜਦੀ ਹੈ। ਸੋ ਉਸੇ ਹੀ ਸੀਤਲ ਦੇ ਵਿੱਚੋਂ ਜੋ ਚਕੋਰ ਨੂੰ ਰਸ ਆਉਂਦਾ ਹੈਗਾ, ਇਹ ਚਕੋਰ ਕਿਸੇ ਸ਼ਬਦਾਂ ਵਿੱਚ ਦੱਸ ਨਹੀਂ ਸਕਦੀ, ਪਰ ਉਸ ਰਸ ਨੂੰ ਪੀ ਪੀ ਕੇ ਖੀਵੀ ਹੁੰਦੀ ਆ। ਇਸੇ ਤਰ੍ਹਾਂ ਇਹ ਜਿਹੜੇ ਮਹਾਤਮਾ ਹੁੰਦੇ ਆ, ਇਹ ਮਹਾਤਮਾ ਵੀ ਜਦ ਕਥਾ ਸਰਵਣ ਕਰਦੇ ਆ, ਕੀਰਤਨ ਸਰਵਣ ਕਰਦੇ ਆ, ਸੋ ਉਸ ਟਾਈਮ ਉਸ ਰਸ ਦੇ ਵਿੱਚ ਇੰਨੇ ਮਗਨ ਹੋ ਜਾਂਦੇ ਆ ਕਿ ਉਸ ਰਸ ਨੂੰ ਉਸ ਚਕੋਰ ਦੀ ਤਰ੍ਹਾਂ ਅੰਦਰ ਪੀ ਪੀ ਕੇ ਖੀਵੇ ਹੁੰਦੇ, ਉਤਸ਼ਾਹ ਹੁੰਦਾ, ਅੰਦਰ ਖੇੜਾ ਬਣਦਾ ਹੈਗਾ। ਸੋ ਉਸ ਟਾਈਮ ਉਹਨਾਂ ਨੂੰ ਸੰਸਾਰ ਦੇ ਵਿੱਚ ਹੋ ਰਹੀ ਸਾਰੀ ਕਿਰਿਆ ਜਿਹੜੀ ਉਹ ਭੁੱਲ ਜਾਂਦੀ ਆ। ਜਿਵੇਂ ਇੱਕ ਮਹਾਤਮਾ ਦੱਸਦੇ ਸੀਗੇ, ਉਹ ਕਹਿੰਦੇ ਸੀਗੇ ਕਿ ਇੱਕ ਵਾਰ ਕੋਈ ਬੜੇ ਹੀ ਉੱਚ ਕੋਟੀ 'ਤੇ ਜਿਹੜੇ ਮਹਾਤਮਾ ਸੀਗੇ, ਕਹਿੰਦੇ ਵੀ ਉਹ ਕਥਾ ਕਰ ਰਹੇ ਸੀ। ਜਦ ਕਹਿੰਦੇ ਕਥਾ ਕਰ ਰਹੇ ਸੀ ਅਤੇ ਜਿਉਂ ਕਹਿੰਦੇ ਵੀ ਉਹ ਕਥਾ ਦੇ ਵਿੱਚ ਸ਼ਲੋਕ ਪੜ੍ਹਦੇ ਸੀਗੇ ਜਾਂ ਉਹਨਾਂ ਦੀ ਵਿਆਖਿਆ ਜਿਹੜੀ ਸੀਗੀ ਬਹੁਤ ਹੀ ਗਹਿਰੀ ਕਰਦੇ ਸੀਗੇ,
ਤੇ ਮਹਾਂਪੁਰਖ ਕਹਿਣ ਲੱਗੇ ਕਿ ਸਾਡਾ ਧਿਆਨ ਜਿਹੜਾ ਸੀਗਾ ਇਹਨਾਂ ਗਹਿਰੇ ਬਚਨਾਂ ਨੂੰ ਸੁਣਨ ਦੇ ਵਿੱਚ ਇੰਨਾ ਰੁੱਝ ਗਿਆ ਸੀਗਾ ਕਿ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਉਸ ਟਾਈਮ ਕੀ ਹੋਇਆ ਕਿ ਕੋਲ ਇੱਕ ਘੜਾ ਪਿਆ ਸੀ ਪਾਣੀ ਦਾ ਸਾਡੇ ਪਾਸ। ਉਹ ਜਿਹੜਾ ਕਲਸ਼ ਘੜਾ ਪਿਆ ਸੀ ਉਹਦੇ ਉੱਤੇ ਕਿਸੇ ਆਦਮੀ ਦਾ ਲੰਘਣ ਲੱਗੇ ਕਹਿੰਦੇ ਪੈਰ ਲੱਗ ਗਿਆ। ਜਦੋਂ ਕਹਿੰਦੇ ਪੈਰ ਲੱਗਾ ਉਹ ਘੜਾ ਜਿਹੜਾ ਸੀਗਾ ਕਹਿੰਦੇ ਉਹ ਪਾਣੀ ਦਾ ਡੁੱਲ ਗਿਆ। ਅਤੇ ਜਿਸ ਜਗ੍ਹਾ ਉਹ ਮਹਾਤਮਾ ਕਹਿੰਦੇ ਮੈਂ ਬੈਠਾ ਸੀ ਉਹ ਜਗ੍ਹਾ ਜਿਹੜੀ ਸੀ ਉਹ ਦੂਸਰਿਆਂ ਦੇ ਨਾਲੋਂ ਜ਼ਮੀਨ ਦੇ ਵਿੱਚ ਨੀਵੀਂ ਸੀ। ਸੋ ਜਿਹੜਾ ਪਾਣੀ ਸੀਗਾ ਸਾਰਾ ਰੁੜ ਕੇ ਕਹਿੰਦੇ ਵੀ ਮੇਰੇ ਕੋਲ ਆ ਗਿਆ। ਜਦ ਆ ਗਿਆ ਤਾਂ ਕਹਿੰਦੇ ਵੀ ਜਿਸ ਜਗ੍ਹਾ ਮੈਂ ਬੈਠਾ ਸੀ ਉੱਥੇ ਪਾਣੀ ਦੇ ਨਾਲ ਉਹ ਸਾਰਾ ਜਿਹੜਾ ਟੋਆ ਸੀਗਾ ਭਰ ਗਿਆ। ਜਿਹੜਾ ਟੋਆ ਭਰਿਆ ਤਾਂ ਕਹਿੰਦੇ ਵੀ ਇਹਦੀ ਮੈਨੂੰ ਕੋਈ ਖਬਰ ਨਹੀਂ ਵੀ ਉਹ ਘੜਾ ਡੁੱਲਿਆ ਹੈਗਾ, ਉਹਦਾ ਪਾਣੀ ਰੁੜ ਕੇ ਜਿਹੜਾ ਹੈਗਾ ਜਿਸ ਜਗ੍ਹਾ ਮੈਂ ਬੈਠਾ ਉੱਥੇ ਇਕੱਠਾ ਹੋ ਗਿਆ ਹੈਗਾ ਅਤੇ ਪੂਰਾ ਟੋਆ ਭਰ ਗਿਆ ਹੈ। ਕਹਿੰਦੇ ਇਹਦੀ ਮੈਨੂੰ ਭਿਣਕ ਤੱਕ ਨਹੀਂ ਪਈ ਕਿਉਂਕਿ ਮੇਰੀ ਜਿਹੜੀ ਸੁਰਤ ਸੀਗੀ ਜਾਂ ਮਨ ਸੀ ਕਥਾ ਸੁਣਨ ਵਿੱਚ ਇੰਨਾ ਇਕਾਗਰ ਸੀਗਾ ਕਿ ਮੈਨੂੰ ਬਾਹਰਲੀ ਘਟਨਾ ਦਾ ਕੋਈ ਅਨੁਭਵ ਨਹੀਂ ਹੋਇਆ। ਅਖੀਰ ਫਿਰ ਮਹਾਂਪੁਰਖ ਦੱਸਦੇ ਸੀਗੇ ਕਿ ਜਦੋਂ ਕਥਾ ਦਾ ਭੋਗ ਪਿਆ ਉਸ ਕਥਾ ਦੇ ਭੋਗ ਤੋਂ ਬਾਅਦ ਜਦ ਕਹਿੰਦੇ ਸੁਰਤ ਜਿਹੜੀ ਸੀਗੀ ਮੇਰੀ ਬਾਹਰ ਆਈ ਤਾਂ ਕਹਿੰਦੇ ਮੈਂ ਕੀ ਦੇਖਿਆ ਕਿ ਮੈਂ ਤਾਂ ਪਾਣੀ ਦੇ ਵਿੱਚ ਬੈਠਾ ਹੋਇਆ, ਸਾਰੇ ਪਾਸੇ ਪਾਣੀ ਭਰਿਆ ਪਿਆ, ਇਹ ਤਾਂ ਟੋਆ ਹੈਗਾ, ਪਾਣੀ ਕਿੱਥੋਂ ਆ ਗਿਆ। ਪਹਿਲਾਂ ਤਾਂ ਮਹਾਂਪੁਰਖ ਕਹਿਣ ਲੱਗੇ ਕਿ ਮੈਂ ਇਹ ਦੇਖ ਕੇ ਬੜਾ ਚਕਰਤ ਜਿਹਾ ਹੋਇਆ, ਪਰ ਬਾਅਦ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਕੋਲ ਕੇ ਘੜਾ ਪਿਆ ਸੀ, ਕਿਸੇ ਦਾ ਪੈਰ ਲੱਗਾ ਸੀਗਾ ਅਤੇ ਉਹ ਪਾਣੀ ਡੁੱਲ ਕੇ ਜਿਸ ਜਗ੍ਹਾ ਮੈਂ ਬੈਠਾ ਸੀਗਾ ਉੱਥੇ ਸਾਰਾ ਰੁੜ ਕੇ ਆ ਗਿਆ ਹੈ। ਪਰ ਕਹਿੰਦੇ ਵੀ ਮੇਰੀ ਜਿਹੜੀ ਲੰਗੋਟੀ ਸੀ ਜਾਂ ਮੇਰੇ ਜਿਹੜੇ ਸਾਰੇ ਕੱਪੜੇ ਸੀ ਪਾਣੀ ਵਿੱਚ ਬੁਰੀ ਤਰ੍ਹਾਂ ਭਿੱਜੇ ਹੋਏ ਸੀ, ਪਰ ਮੈਨੂੰ ਇਹਦੀ ਭਿਣਕ ਤੱਕ ਨਹੀਂ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਵੀ ਕਥਾ ਸੁਣੇ ਹੈ ਨਾ ਤਾਂ ਇਸ ਤਰ੍ਹਾਂ ਦਾ ਸਰੋਤਾ ਹੋਣਾ ਚਾਹੀਦਾ। ਫਿਰ ਇਹ ਜਿਹੜੀ ਕਥਾ ਸੁਣੀ ਆ ਇਹ ਤਾਂ ਬਾਬਾ ਨੰਦ ਸਿੰਘ ਕਹਿੰਦੇ ਸੀ ਇਹੋ ਜਿਹੜੇ ਸਰੋਤੇ ਕਥਾ ਸੁਣਦੇ ਆ ਉਹਨਾਂ ਦੀ ਇੱਕ ਘੜੀ ਸੁਣੀ ਹੋਈ ਕਥਾ 100 ਸਾਲ ਦੀ ਤਪੱਸਿਆ ਦੇ ਫਲ ਦੇ ਬਰਾਬਰ ਬਣ ਜਾਂਦੀ ਆ। ਸੋ ਇਹ ਸ੍ਰੇਸ਼ਟ ਨਿਯਮ ਆ। ਔਰ ਇਸੇ ਢੰਗ ਦੇ ਨਾਲ ਮਹਾਂਪੁਰਖ ਇੱਕ ਦੱਸਦੇ ਸੀਗੇ ਕਿ ਅਗਰ ਕੋਈ ਸਰੋਤਾ ਇਸ ਢੰਗ ਦੇ ਨਾਲ ਕਥਾ ਸੁਣੇ, ਬਿਲਕੁਲ ਇਕਾਗਰ ਹੋ ਕੇ ਕਥਾ ਸੁਣੇ, ਤਾਂ ਕਥਾ ਸੁਣਦੇ ਸੁਣਦੇ ਉਹਨੂੰ ਬਹੁਤ ਸਾਰੀਆਂ ਅਨੁਭੂਤੀਆਂ ਹੋਣ ਲੱਗ ਪੈਂਦੀਆਂ ਅਤੇ ਉਹ ਜਿਹੜੀ ਲੀਲਾ ਹੁੰਦੀ ਜਿਹਦੇ ਬਾਰੇ ਉਹ ਕਥਾ ਕਰਦੇ ਉਹ ਲੀਲਾ ਜਿਹੜੀ ਉਹ ਸਾਖਸ਼ਾਤ ਪ੍ਰਤੱਖ ਹੋ ਜਾਂਦੀ ਆ। ਜਿਵੇਂ ਇੱਕ ਮਹਾਤਮਾ ਦੱਸਦੇ ਸੀ, ਉਹ ਕਹਿਣ ਲੱਗੇ ਸੀ ਕਿ ਇੱਕ ਵਾਰ ਮੈਂ ਦਿੱਲੀ ਦੇ ਵਿੱਚ ਬੱਸ 'ਚ ਸਫ਼ਰ ਕਰ ਰਿਹਾ ਸੀ। ਜਦੋਂ ਕਹਿੰਦੇ ਸਫ਼ਰ ਕਰ ਰਿਹਾ ਸੀ ਤਾਂ ਮੇਰੀ ਬਿਲਕੁਲ ਨਾਲ ਦੀ ਸੀਟ ਦੇ ਸਾਹਮਣੇ ਇੱਕ ਸ਼ਖਸ ਬੈਠਾ ਸੀਗਾ ਅਤੇ ਉਸ ਟਾਈਮ ਕਹਿੰਦੇ ਵੀ ਕੋਈ ਕ੍ਰਿਕਟ ਦਾ ਮੈਚ ਚੱਲਦਾ ਸੀਗਾ ਅਤੇ ਉਹ ਕ੍ਰਿਕਟ ਦਾ ਮੈਚ ਦੀ ਜਿਹੜੀ ਕਮੈਂਟਰੀ ਸੀ ਉਹ ਰੇਡੀਓ 'ਤੇ ਬੜੀ ਹੀ ਸਾਵਧਾਨੀ ਦੇ ਨਾਲ ਸੁਣ ਰਿਹਾ ਸੀਗਾ। ਕਹਿੰਦਾ ਜੋ ਸੁਣ ਰਿਹਾ ਸੀਗਾ ਅਤੇ ਫਿਰ ਉਹ ਮਹਾਤਮਾ ਕਹਿਣ ਲੱਗੇ ਕਿ ਮੇਰੇ ਮਨ ਵਿੱਚ ਆਇਆ ਵੀ ਇਹ ਕਾਫੀ ਦੇਰ ਤੋਂ ਕੰਨ ਲਾ ਕੇ ਤਾਂ ਕਮੈਂਟਰੀ ਵਿੱਚ ਪੂਰੀ ਤਰ੍ਹਾਂ ਖੁੱਭਾ ਹੋਇਆ ਹੈ ਵੀ ਇਹਦੇ ਵਿੱਚ ਇਹਨੂੰ ਕੀ ਲੱਭਦਾ ਹੈਗਾ। ਮਹਾਂਪੁਰਖ ਕਹਿਣ ਲੱਗੇ ਕਿ ਮੈਂ ਆਪਣੀ ਜਿਹੜੀ ਸੁਰਤ ਸੀਗੀ ਜਿਉਂ ਹੀ ਉਹ ਕਮੈਂਟਰੀ ਕਹਿੰਦੇ 1-2 ਵਾਰੀ ਸੁਣੀ। ਹੁਣ ਦੇਖੋ ਮਹਾਂਪੁਰਖਾਂ ਦੀ ਸੁਰਤ ਇਕਾਗਰ ਹੁੰਦੀ ਹੈ, ਜਿਸ ਜਗ੍ਹਾ 'ਤੇ ਟਿਕਾ ਲੈਂਦੀ ਉਹਦੀ ਅਨੁਭੂਤੀ ਹੋਣ ਲੱਗ ਪੈਂਦੀ ਹੈ। ਅਤੇ ਮਹਾਤਮਾ ਦੱਸਦੇ ਸੀਗੇ ਕਿ ਮੈਨੂੰ ਉਸ ਕ੍ਰਿਕਟ ਮੈਚ ਦੀ ਅਨੁਭੂਤੀ ਹੋਣ ਲੱਗ ਪਈ ਜਿਵੇਂ TV ਦੇ ਵਿੱਚ ਮੈਚ ਚੱਲਦਾ ਹੈਗਾ, ਇਸ ਤਰ੍ਹਾਂ ਮੈਚ ਜਿਹੜਾ ਸੀਗਾ ਮੇਰੇ ਅੰਦਰ ਪ੍ਰਤੱਖ ਹੋ ਗਿਆ। ਅਤੇ ਇਕੱਲਾ ਕਹਿੰਦੇ ਮੈਚ ਪ੍ਰਤੱਖ ਨਹੀਂ ਹੋਇਆ, ਉਸ ਮੈਚ ਦੇ ਸੀਨ ਦੇ ਜਿੰਨੇ ਵੀ ਕਹਿੰਦੇ ਸਾਰੇ ਖੇਡ ਦੇ ਅੰਗ ਸੀਗੇ ਉਹ ਮੇਰੇ ਅੱਖਾਂ ਦੇ ਮੂਹਰੇ ਪ੍ਰਗਟ ਹੋ ਗਏ। ਅਤੇ ਉਹ ਜਿਹੜਾ ਮੈਚ ਸੀਗਾ ਉਹਦਾ ਕੀ ਰਿਜ਼ਲਟ ਹੋਣਾ, ਕਿਸੇ ਖਿਡਾਰੀ ਨੇ ਕਿੰਨੇ ਦੌੜਾਂ ਬਣਾਉਣੀਆਂ ਹੈਗਾ, ਕਿਹੜੀ ਵਿਕਟ 'ਤੇ ਕਿਹੜਾ ਖਿਡਾਰੀ ਆਊਟ ਹੋਣਾ, ਉਹ ਸਾਰਾ ਕੁਛ ਕਹਿੰਦੇ ਮਿੰਟਾਂ ਸਕਿੰਟਾਂ ਵਿੱਚ ਹੀ ਕਹਿੰਦੇ ਵੀ ਉਹ ਮੇਰੇ ਮੂਹਰੋਂ ਦੀ ਪੂਰੀ ਖੇਡ ਨਿਕਲ ਗਈ। ਜਦ ਕਹਿੰਦੇ ਉਹ ਮੈਚ ਦਾ ਪੂਰਾ ਦ੍ਰਿਸ਼ ਮੇਰੇ ਸਾਹਮਣੇ ਜਿਹੜਾ ਸੀ ਉਹ ਨਿਕਲ ਗਿਆ ਅਤੇ ਅਚਨਚੇਤ ਕਹਿੰਦੇ ਵੀ ਜਦ ਮੇਰੀ ਸੁਰਤ ਬਾਹਰ ਆਈ ਅਤੇ ਉਹ ਜਿਹੜੇ ਸ਼ਖਸ ਸੀਗੇ ਕਮੈਂਟਰੀ ਸੁਣ ਰਹੇ ਸੀ ਕਹਿੰਦੇ ਵੀ ਮੈਂ ਉਹਨੂੰ ਕਹਿ ਤਾ ਕਿ ਬਹੁਤ ਦੇਰ ਤੋਂ ਤੁਸੀਂ ਬੈਠੇ ਆ ਕਮੈਂਟਰੀ ਸੁਣਦੇ ਆ ਅਤੇ ਅਸੀਂ ਤੁਹਾਨੂੰ ਇਸ ਮੈਲ ਦਾ ਅੱਖੀਂ ਡਿੱਠਾ ਹਾਲ ਹੁਣੇ ਦੱਸ ਦਿੰਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਉਹ ਮਹਾਤਮਾ ਜਿਹੜੇ ਸੀਗੇ ਕਹਿੰਦੇ ਉਹਨਾਂ ਦੇ ਵੱਲ ਉਹ ਸ਼ਖਸ ਨੇ ਬੜੀ ਹੈਰਾਨੀ ਨਾਲ ਦੇਖਿਆ ਅਤੇ ਕਹਿਣ ਲੱਗੇ ਕਿ ਤੁਸੀਂ ਕਿਵੇਂ ਦੱਸ ਸਕਦੇ। ਕਹਿੰਦੇ ਵੀ ਮੈਂ ਉਹਨੂੰ ਜਿਹੜਾ ਰਿਜ਼ਲਟ ਆਉਣ ਵਾਲਾ ਸੀਗਾ ਜਿਹੜੀ ਖਿਡਾਰੀ ਖੇਡ ਰਹੇ ਸੀ ਉਹਨਾਂ ਦੇ ਆਉਣ ਵਾਲੇ ਭਵਿੱਖ ਵਿੱਚ ਮੈਚ ਕਿਸ ਪਾਸੇ ਪਲਟ ਜਾਏਗਾ ਉਹ ਸਾਰੀ ਜਿਹੜੀ ਘਟਨਾਕ੍ਰਮ ਕਹਿੰਦੇ ਮੈਂ ਦੱਸ ਦਿੱਤੀ। ਉਹਨੂੰ ਦੱਸਿਆ ਕਿ ਕਿਹੜਾ ਖਿਡਾਰੀ ਕਿਹੜੀਆਂ ਵਿਕਟਾਂ 'ਤੇ ਆਊਟ ਹੋਣਾ ਹੈਗਾ, ਇਹਨੇ ਕਿੰਨੀਆਂ ਦੌੜਾਂ ਬਣਾਉਣੀਆਂ ਅਤੇ ਦੂਸਰੇ ਨੇ ਕਿੰਨੇ ਜਿਹੜੇ ਓਵਰ ਲੈਣੇ ਆ। ਉਹ ਸਾਰਾ ਕ੍ਰਿਕਟ ਦਾ ਮੈਚ ਕਹਿੰਦੇ ਵੀ ਮੈਂ ਉਹਨੂੰ ਖੋਲ੍ਹ ਕੇ ਦੱਸ ਦਿੱਤਾ ਤਾਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਆਹ ਜਿਹੜੀ ਟੀਮ ਆ ਦੂਸਰੀ ਟੀਮ ਦੇ ਨਾਲੋਂ ਇੰਨੇ ਦੌੜਾਂ ਦੇ ਵਿੱਚ ਜਿੱਤੂਗੀ। ਜਦ ਕਹਿੰਦੇ ਇਹ ਗੱਲ ਹੋਈ ਤਾਂ ਕਹਿੰਦੇ ਵੀ ਉਹ ਸ਼ਖਸ ਨੇ ਮਨ 'ਚ ਸੋਚਿਆ ਵੀ ਹੋ ਸਕਦਾ ਹੈਗਾ ਇਹ ਜਿਹੜਾ ਬੰਦਾ ਹੈਗਾ ਇਹ ਦਿਮਾਗੀ ਤੌਰ 'ਤੇ ਠੀਕ ਨਹੀਂ, ਕਿਉਂਕਿ ਹਜੇ ਤਾਂ ਮੈਚ ਚੱਲ ਰਿਹਾ ਹੈਗਾ, ਇਹ ਮੈਚ ਦਾ ਸਾਰਾ ਭਵਿੱਖ ਦੀ ਖੇਡ ਇਹ ਕਿਵੇਂ ਦੱਸ ਸਕਦਾ ਹੈਗਾ। ਖੈਰ ਕਹਿੰਦੇ ਉਹ ਚੁੱਪ ਕਰਕੇ ਜਿਹੜਾ ਸੀਗਾ ਫਿਰ ਕਮੈਂਟਰੀ ਸੁਣਨ ਲੱਗ ਪਿਆ ਅਤੇ ਉਹ ਮਹਾਤਮਾ ਕਹਿਣ ਲੱਗੇ ਕਿ ਮੈਂ ਬੱਸ ਵਿੱਚ ਬੈਠਾ ਰਿਹਾ ਅਤੇ ਮੈਂ ਆਪਣੇ ਧਿਆਨ ਜਿਹੜਾ ਸੀ ਮੁੜ ਕੇ ਫਿਰ ਪਰਮੇਸ਼ਰ ਦੇ ਚਰਨਾਂ 'ਚ ਕਰ ਲਿਆ, ਕਿਉਂਕਿ ਮਾਇਆ 'ਚੋਂ ਜਿਹੜਾ ਮਨ ਸੀਗਾ ਉਹ ਕੱਢ ਕੇ ਫਿਰ ਵਾਹਿਗੁਰੂ ਸ਼ਬਦ ਵੱਲ ਜੋੜ ਲਿਆ। ਉਸ ਤੋਂ ਬਾਅਦ ਕਹਿੰਦੇ ਵੀ ਮੈਨੂੰ ਪਤਾ ਨਹੀਂ ਜਦੋਂ ਮੈਚ ਖਤਮ ਹੋਇਆ
ਉਹ ਸ਼ਖਤ ਜਿਹੜਾ ਸੀ ਦੌੜ ਕੇ ਕਹਿੰਦੇ ਮੇਰੇ ਪੈਰਾਂ 'ਤੇ ਡਿੱਗ ਪਿਆ, ਉਹਨੇ ਮੇਰੇ ਚਰਨ ਫੜ ਲਿਆ ਔਰ ਮੈਨੂੰ ਇੱਥੋਂ ਤੱਕ ਕਹਿਣ ਲੱਗਾ ਕਿ ਜੋ ਤੁਸੀਂ ਮੈਚ ਦਾ ਇੱਕ ਇੱਕ ਅੱਖਰ ਮੇਰੇ ਨਾਲ ਬਿਆਨ ਕੀਤਾ ਹੂ ਇਸੇ ਤਰ੍ਹਾਂ ਹੀ ਮੈਚ ਜਿਹੜਾ ਸੀ ਉਹ ਖਤਮ ਹੋਇਆ ਹੈਗਾ। ਇਹ ਸਾਰਾ ਮੈਚ ਕਿਵੇਂ ਹੋਇਆ ਹੈਗਾ ਇਹ ਤਾਂ ਤੁਸੀਂ ਪਹਿਲਾਂ ਕਿਵੇਂ ਦੱਸ ਦਿੱਤਾ ਕਿ ਇਹਦੇ ਵਿੱਚ ਕਿਹੜੇ ਖਿਡਾਰੀ ਕਿੰਨੇ ਆਊਟ ਹੋਣੇ ਸੀ, ਕਿੰਨੀਆਂ ਦੌੜਾਂ ਬਣਾਉਣੀਆਂ ਸੀਗੀਆਂ ਔਰ ਕਿੰਨੇ ਨੇ ਕਿੰਨੀਆਂ ਵਿਕਟਾਂ ਲੈਣੀਆਂ ਸੀਗਾ। ਇਹ ਸਾਰਾ ਹਾਲ ਕਹਿੰਦੇ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਕਿਵੇਂ ਦੱਸ ਦਿੱਤਾ ਹੈਗਾ। ਫਿਰ ਮਹਾਤਮਾ ਹੱਸ ਕੇ ਕਹਿਣ ਲੱਗੇ ਕਿ ਮੈਨੂੰ ਇਹਦੇ ਬਾਰੇ ਇੰਨਾ ਨਹੀਂ ਪਤਾ ਹੈਗਾ, ਪਰ ਮੈਂ ਇੰਨਾ ਦੱਸਦਾ ਹੈਗਾ ਕਿ ਜਿਹੜੇ ਸਾਧੂ ਮਹਾਤਮਾ ਦੇ ਮਨ ਦੀ ਇਕਾਗਰਤਾ ਇੰਨੀ ਬਣ ਜਾਂਦੀ ਆ ਕਿ ਜਿਸ ਚੀਜ਼ ਨੂੰ ਵੀ ਉਹ 1 ਮਿੰਟ ਗਹਿਰਾਈ ਦੇ ਨਾਲ ਸੁਣ ਲੈਣ ਉਹ ਚੀਜ਼ ਜਿਹੜੀ ਆ ਫਿਰ ਅਨੁਭੂਤੀ ਦੀ ਸ਼ਕਲ ਦੇ ਵਿੱਚ ਉਹਨਾਂ ਦੇ ਮੂਹਰੇ ਪ੍ਰਗਟ ਹੋ ਜਾਂਦੀ ਹੈ। ਜਿਵੇਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰ ਲੈਂਦੇ ਹਾਂ, ਹੁਣ ਕਲਗੀਧਰ ਪਿਤਾ ਮਹਾਰਾਜ ਨੇ ਜਦੋਂ ਸਰਸਾ ਪਾਰ ਕੀਤੀ ਸੀ ਉਹਨਾਂ ਸਮਿਆਂ ਦੇ ਵਿੱਚ, ਸੋ ਜਿਹੜੀ ਸਰਸਾ ਸੀਗੀ ਉਹ ਚੜ੍ਹੀ ਹੋਈ ਸੀ ਪੂਰੀ। ਜਦ ਇਹ ਚੜ੍ਹੀ ਹੋਈ ਸੀ ਤਾਂ ਉਸ ਟਾਈਮ ਮਹਾਰਾਜ ਨੇ ਇੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਜਦ ਆਸਾ ਦੀ ਵਾਰ ਦਾ ਕੀਰਤਨ ਇਸ ਜੰਗ ਦੇ ਵਿੱਚ ਕੀਤਾ ਸੀਗਾ, ਸੋ ਉਸ ਟਾਈਮ ਦੇਖੋ ਕੀਰਤਨ ਦੀ ਧੁਨੀ ਦੇ ਵਿੱਚ ਬਾਕੀ ਤਾਂ ਸਾਰੇ ਸਿੰਘ ਜਿਹੜੇ ਸੀਗੇ ਉਹ ਇਸ ਜੰਗ ਤੋਂ ਬਿਲਕੁਲ ਨਵਾਕਫ ਹੋ ਕੇ ਉਹਨਾਂ ਦੀ ਜਿਹੜੀ ਸੁਰਤ ਸੀਗੀ ਉਹ ਕੀਰਤਨ ਦੇ ਨਾਲ ਜੁੜ ਗਈ। ਜਦ ਕੀਰਤਨ ਸਰਵਣ ਕਰਨ ਦੇ ਵਿੱਚ ਜੁੜੀ ਆ, ਲੇਕਿਨ ਇੱਕ ਸਿੰਘ ਦੀ ਜਿਹੜੀ ਸੁਰਤ ਸੀਗੀ ਉਹ ਬਾਹਰ ਜੰਗ ਦੇ ਵਿੱਚ ਰਹਿ ਗਈ। ਤਾਂ ਜਦ ਇਸ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਸੀ, ਉਹ ਸਿੰਘ ਨੇ ਕਿਹਾ ਸੀਗਾ ਜੀ ਇੱਥੇ ਇੱਕ ਗੋਲੀ ਆਈ ਜੰਗ ਦੇ ਵਿੱਚ ਅਤੇ ਆਪ ਦੇ ਕੀਰਤਨ ਕਰਦੇ। ਜਦ ਇੰਨੀ ਗੱਲ ਹੋਈ ਫਿਰ ਮਹਾਰਾਜ ਨੇ ਪੁੱਛਿਆ ਸੀਗਾ ਵੀ ਕਿਸੇ ਨੇ ਗੋਲੀ ਆਉਂਦੀ ਜੰਗ 'ਚ ਦੇਖੀ? ਸਾਰੇ ਸਿੰਘਾਂ ਨੇ ਨਾ ਕੀਤੀ ਸੀ, ਪਰ ਉਹ ਕਹਿਣ ਲੱਗਾ ਕਿ ਇਹ ਮੈਂ ਆਪ ਦੇਖੀ ਆ। ਜਦੋਂ ਗੋਲੀ ਆਈ ਸਿੱਧੀ ਮੇਰੇ ਗੋਡੇ 'ਤੇ ਵੱਜਣ ਲੱਗੀ ਸੀ, ਲੇਕਿਨ ਮੈਂ ਆਪਣਾ ਜਿਹੜਾ ਗੋਡਾ ਥੋੜ੍ਹਾ ਨੀਵਾਂ ਕਰ ਲਿਆ ਅਤੇ ਉੱਪਰੋਂ ਦੀ ਜਿਹੜਾ ਸੀਗਾ ਉਹ ਫਾਇਰ ਗੋਲੀ ਦਾ ਉਹ ਲੰਘ ਗਿਆ ਰਫਲ ਦਾ। ਜਦ ਇੰਨੀ ਗੱਲ ਹੋਈ ਤਾਂ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਦਰਅਸਲ ਗੱਲ ਸੁਰਤ ਦੇ ਸਾਵਧਾਨ ਦੀ ਹੈ। ਹੁਣ ਬਾਕੀ ਜਿੰਨੇ ਵੀ ਜਿਹੜੇ ਸਿੰਘ ਇੱਥੇ ਬੈਠੇ ਆ ਸਾਰਿਆਂ ਦੀ ਸੁਰਤ ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਲੀਨ ਸੀਗੀ, ਇਸ ਕਰਕੇ ਉਹਨਾਂ ਨੂੰ ਬਾਹਰਲੀ ਦੁਨੀਆ ਦੇ ਦ੍ਰਿਸ਼ ਦਾ ਕੋਈ ਗਿਆਨ ਨਹੀਂ ਸੀ। ਪਰ ਤੇਰੀ ਜਿਹੜੀ ਸੁਰਤ ਸੀ ਸ਼ਬਦ ਤੋਂ ਬਾਹਰੀ ਸੀਗੀ, ਇਸ ਕਰਕੇ ਤੈਨੂੰ ਬਾਹਰ ਦੀ ਦੁਨੀਆ ਹੀ ਦਿਖਾਈ ਦਿੱਤੀ। ਇਸ ਕਰਕੇ ਇਹ ਗੋਲੀ ਜਿਹੜੀ ਸੀਗੀ ਇਹ ਕਹਿੰਦੀ ਤੈਨੂੰ ਦਿਖਾਈ ਦਿੱਤੀ। ਫਿਰ ਮਹਾਰਾਜ ਨੇ ਦੱਸਿਆ ਸੀਗਾ ਕਿ ਗੋਲੀਆਂ ਤਾਂ ਹੋਰ ਵੀ ਆਈਆਂ ਹੋਣਗੀਆਂ, ਪਰ ਇਹਦੇ ਬਾਰੇ ਸਿੰਘਾਂ ਨੂੰ ਕੋਈ ਗਿਆਨ ਨਹੀਂ ਸੀ, ਕਿਉਂਕਿ ਜਦੋਂ ਸੁਰਤ ਸ਼ਬਦ ਦੇ ਨਾਲ ਜੁੜ ਜਾਂਦੀ ਆ ਉਸ ਟਾਈਮ ਫਿਰ ਜਿਹੜਾ ਸ਼ਬਦ ਹੈਗਾ ਉਹ ਹੀ ਉਸ ਅਭਿਆਸੀ ਦੀ ਰੱਖਿਆ ਕਰਦਾ ਹੈਗਾ। ਸੋ ਇਹ ਜਿਹੜੀਆਂ ਅਨੁਭੂਤੀਆਂ ਹੁੰਦੀਆਂ ਫਿਰ ਇਸ ਸੁਰਤ ਦੇ ਵਿੱਚ ਹੀ ਫਿਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਦ ਵੀ ਕਥਾ ਸੁਣਨੀ ਹੋਵੇ ਪੂਰੀ ਇਕਾਗਰਤਾ ਦੇ ਨਾਲ, ਪੂਰੇ ਚਾਅ ਦੇ ਨਾਲ, ਪੂਰੇ ਮਲਾਰ ਦੇ ਨਾਲ ਕਥਾ ਨੂੰ ਖੁੱਭ ਕੇ ਸੁਣਨਾ ਚਾਹੀਦਾ ਹੈ। ਜਦੋਂ ਅਸੀਂ ਕਥਾ ਨੂੰ ਬਿਲਕੁਲ ਖੁੱਭ ਕੇ ਸੁਣਦੇ ਹਾਂ ਅਤੇ ਪੂਰੀ ਸੁਰਤ ਟਿਕਾ ਕੇ ਸੁਣਦੇ ਹਾਂ, ਫਿਰ ਕਥਾ ਸੁਣਨ ਦੇ ਵਿੱਚ ਰਸ ਬਣ ਜਾਂਦਾ ਹੈ। ਖਾਸ ਕਰਕੇ ਜਦੋਂ ਉੱਚੇ ਮਹਾਤਮਾ ਦੀ ਕਥਾ ਸੁਣਦੇ ਹਾਂ ਸਾਨੂੰ ਇਸ ਚੀਜ਼ ਦਾ ਵੀ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਕਥਾ ਹੈਗੀ ਆ ਜੋ ਬਹੁਤ ਹੀ ਕਿਰਪਾ ਦੇ ਨਾਲ ਇਹੋ ਜਿਹੇ ਜਿਹੜੇ ਸ਼ਬਦ ਸੁਣਨ ਨੂੰ ਮਿਲਦੇ ਆ, ਵਰਨਾ ਇਹਨਾਂ ਮਹਾਤਮਾ ਦੇ ਜਿਹੜੇ ਵਚਨ ਹੈਗੇ ਆ ਉਹ ਫਿਰ ਕਈ ਜਨਮ ਧਾਰ ਕੇ ਵੀ ਇਹ ਸਾਨੂੰ ਪ੍ਰਾਪਤ ਨਹੀਂ ਹੁੰਦੇ। ਜਿਵੇਂ ਬਾਬਾ ਸੰਸੋ ਹੁਣੀ ਮਸਕੀਨ ਦੱਸਦੇ ਸੀ ਕਿ ਇੱਕ ਵਾਰ ਜਦੋਂ ਅਮਰੀਕਾ 'ਚ ਕਥਾ ਕਰ ਰਹੇ ਸੀ ਉਸ ਟਾਈਮ 2 ਸ਼ਹੀਦੀ ਫੌਜਾਂ ਦੇ ਜਿਹੜੇ ਸਿੰਘ ਸੀਗੇ ਕਹਿੰਦੇ ਸਟੇਜ 'ਤੇ ਆ ਕੇ ਕਹਿੰਦੇ ਸਾਡੇ ਨਾਲ ਬੈਠ ਕੇ ਸਾਡੀ ਕਥਾ ਸੁਣਦੇ ਹੁੰਦੇ ਸੀ। ਲੇਕਿਨ ਦੇਖੋ ਹੁਣ ਇਹ ਜਿਹੜੀਆਂ ਸ਼ਹੀਦੀ ਫੌਜਾਂ ਹੈਗੀਆਂ ਜਦ ਮਹਾਂਪੁਰਖਾਂ ਦੀਆਂ ਉਹ ਖਾਸ ਕਰਕੇ ਬਾਬਾ ਮਸਕੀਨ ਸਿੰਘ ਹੁਣਾਂ ਦੀ ਜਦ ਕਥਾ ਸੁਣਦੀਆਂ ਹੈਗੀਆਂ, ਸੋ ਉਸ ਟਾਈਮ ਉਹਨਾਂ ਦਾ ਇਸ ਕਥਾ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਹੋਣ ਦੇ ਕਾਰਨ ਤਦੇ ਹੀ ਇਹ ਸ਼ਹੀਦੀ ਫੌਜਾਂ ਉੱਥੇ ਆ ਕੇ ਬਹਿੰਦੀਆਂ ਹੈ ਅਤੇ ਕਥਾ ਇਕਾਗਰ ਹੋ ਕੇ ਸੁਣਦੀਆਂ ਅਤੇ ਉਹਨਾਂ ਦੇ ਮਨ ਦੇ ਅੰਦਰ ਇਸ ਕਥਾ ਦਾ ਅੰਮ੍ਰਿਤ ਰੂਪੀ ਰਸ ਦਾ ਝਰਨਾ ਕਿਵੇਂ ਵਹਿੰਦਾ ਹੋਊਗਾ ਇਹ ਤਾਂ ਉਹ ਹੀ ਜਾਣਦੇ ਆ। ਪਰ ਇਹਦਾ ਭਾਵ ਇਹ ਹੈਗਾ ਕਿ ਜਿਹੜੀ ਚੀਜ਼ ਦੀ ਘਾਟ ਸਾਨੂੰ ਮਨੁੱਖਾ ਦੇਹੀ ਦੇ ਵਿੱਚ ਰਹਿ ਜਾਂਦੀ ਆ ਉਹ ਫਿਰ ਸਾਨੂੰ ਸਰੀਰ ਛੱਡਣ ਤੋਂ ਬਾਅਦ ਉਹ ਘਾਟ ਮਹਿਸੂਸ ਹੁੰਦੀ ਹੈ ਕਿ ਅਗਰ ਮੈਂ ਉਸ ਟਾਈਮ ਮਹਾਂਪੁਰਖਾਂ ਦੀ ਕਥਾ ਨੂੰ ਸੁਣਦਾ ਹੁੰਦਾ, ਕੀਰਤਨ ਸਰਵਣ ਕਰਦਾ ਹੁੰਦਾ ਜਾਂ ਗੁਰਬਾਣੀ ਵਿੱਚ ਆਪਣੇ ਮਨ ਪੂਰੀ ਲਾ ਕੇ ਇਹ ਸਾਰੀਆਂ ਜਿਹੜੀਆਂ ਗਹਿਰਾਈ ਦੀਆਂ ਗੱਲਾਂ ਸੁਣਦਾ ਹੁੰਦਾ, ਸੋ ਅੱਜ ਜਿਹੜਾ ਮੇਰੇ ਮਨ ਦੀ ਦਸ਼ਾ ਹੈਗੀ ਆ ਉਹ ਬਹੁਤ ਉੱਚੀ ਹੋ ਜਾਣੀ ਸੀ। ਅਤੇ ਲੇਕਿਨ ਉਸ ਟਾਈਮ ਫਿਰ ਉਹੀ ਰੂਹਾਂ ਜਿਹੜੀਆਂ ਹੈ ਉਹ ਕਥਾ ਦੇ ਵਿੱਚ ਆਉਂਦੀਆਂ ਜਿਨ੍ਹਾਂ ਨੂੰ ਪਰਮੇਸ਼ਰ ਇਹਨਾਂ ਕਥਾ ਦੇ ਵਿੱਚ ਆਪਣੀ ਕਿਰਪਾ ਜਾਂ ਹੁਕਮ ਦੇ ਅਨੁਸਾਰ ਭੇਜਦਾ ਹੈ। ਵਰਨਾ ਬਾਕੀ ਸੰਸਾਰੀ ਲੋਕੀ ਤਾਂ ਜਿਹੜੇ ਆ ਉਹ ਭੂਤ ਪ੍ਰੇਤਾਂ ਦੀਆਂ ਜੁਨਾਂ ਵਿੱਚ ਰਹਿ ਜਾਂਦੇ ਆ ਅਤੇ ਉਹਨਾਂ ਨੂੰ ਨਾਮ ਜਪਣਾ ਤਾਂ ਇੱਕ ਪਾਸੇ ਕਥਾ ਸੁਣਨ ਦਾ ਵੀ ਆਰਡਰ ਨਹੀਂ ਹੁੰਦਾ। ਸੋ ਇਸ ਤੋਂ ਭਾਵ ਇਹ ਹੈਗਾ ਕਿ ਇਹ ਜਿਹੜਾ ਮਨੁੱਖਾ ਜਨਮ ਹੈਗਾ ਇਸ ਦੀ ਜਦੋਂ ਅਸੀਂ ਸਹੀ ਵਰਤੋਂ ਕਰਨੀ ਸਿੱਖ ਲਈਏ ਅਤੇ ਸਹੀ ਵਰਤੋਂ ਤਾਂ ਹੀ ਹੋ ਸਕਦੀ ਜਦੋਂ ਅਸੀਂ ਮਹਾਂਪੁਰਖਾਂ ਦੀ ਸੰਗਤ 'ਚ ਜਾਵਾਂਗੇ ਅਤੇ ਵੱਡੇ ਮਹਾਂਪੁਰਖਾਂ ਦੀਆਂ ਵਿਚਾਰਾਂ ਨੂੰ ਸੁਣਾਂਗੇ, ਸਰਵਣ ਕਰਾਂਗੇ, ਕੀਰਤਨ ਸੁਣਾਂਗੇ, ਖੁਦ ਬੰਦਗੀ ਕਰਾਂਗੇ ਅਤੇ ਫਿਰ ਹੀ ਸਾਡਾ ਲੋਕ ਅਤੇ ਪਰਲੋਕ ਜਿਹੜਾ ਸਬਰ ਸਕਦਾ ਹੈ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।